ਪਿਆਰੇ ਵਿਦਿਆਰਥੀਓ, ਅੱਜ ਇਸ ਵੀਡੀਓ ਵਿੱਚ ਅਸੀਂ ਪਾਠ 2 ਤੇਜ਼ਾਬ, ਖਾਰ ਅਤੇ ਲੂਣ ਦੇ ਪੈਸ ਨਾਲ ਸੰਬੰਧਿਤ ਕੁਝ ਪ੍ਰਸ਼ਨ ਡਿਸਕਸ ਕਰਾਂਗੇ। ਤਾਂ ਸਭ ਤੋਂ ਪਹਿਲਾ ਪ੍ਰਸ਼ਨ ਹੈ, ਸਹਿਜ ਦੇ ਸਫੇਦ ਕਮੀਜ਼ 'ਤੇ ਖਾਣਾ ਖਾਉਂਦੇ ਸਮੇਂ ਥੋੜੀ ਜਿਹੀ ਸਬਜ਼ੀ ਡਿੱਗ ਜਾਂਦੀ ਹੈ। ਜਦ ਉਸਦੇ ਮਾਤਾ ਜੀ ਉਸ ਕਮੀਜ਼ ਨੂੰ ਸਾਬਣ ਨਾਲ ਧੋਂਦੇ ਹਨ ਤਾਂ ਜਿਸ ਜਗ੍ਹਾ ਸਬਜ਼ੀ ਡਿੱਗੀ ਸੀ ਉਹ ਲਾਲ ਭੂਰੀ ਹੋ ਜਾਂਦੀ ਹੈ। ਅਜਿਹਾ ਇਸ ਲਈ ਹੋਇਆ ਕਿਉਂਕਿ। ਤਾਂ ਇਸ ਦਾ ਜਵਾਬ ਅਸੀਂ ਦੇਣਾ ਹੈ। ਪਿਆਰੇ ਵਿਦਿਆਰਥੀਓ, ਸਾਨੂੰ ਪਤਾ ਹੀ ਹੈ ਕਿ ਜਦੋਂ ਅਸੀਂ ਸਬਜ਼ੀ ਬਣਾਉਂਦੇ ਹਾਂ ਤਾਂ ਵਿੱਚ ਅਸੀਂ ਹਲਦੀ ਦਾ ਵੀ ਪ੍ਰਯੋਗ ਕਰਦੇ ਹਾਂ। ਹਲਦੀ ਇੱਕ ਸੂਚਕ ਹੈ। ਹਲਦੀ ਸੂਚਕ ਖਾਰ ਦੇ ਵਿੱਚ ਲਾਲ ਭੂਰਾ ਰੰਗ ਦਿੰਦਾ ਹੈ, ਜਦੋਂ ਕਿ ਤੇਜ਼ਾਬ ਦੇ ਨਾਲ ਕੋਈ ਰੰਗ ਨਹੀਂ ਦਿੰਦਾ, ਪਰ ਖਾਰ ਦੇ ਨਾਲ ਲਾਲ ਭੂਰਾ ਰੰਗ ਦਿੰਦਾ ਹੈ। ਤਾਂ ਹੁਣ ਜਦੋਂ ਸਹਿਜ ਦੀ ਕਮੀਜ਼ 'ਤੇ ਸਬਜ਼ੀ ਲੱਗੀ ਤਾਂ ਉਸ ਉੱਪਰ ਹਲਦੀ ਸੂਚਕ ਲੱਗ ਗਿਆ। ਜਦੋਂ ਉਸ ਨੂੰ ਸਾਬਣ ਨਾਲ ਧੋਇਆ ਗਿਆ, ਸਾਬਣ ਇੱਕ ਖਾਰ ਹੈ। ਜਦੋਂ ਸੂਚਕ ਹਲਦੀ ਸੂਚਕ ਦੇ ਉੱਪਰ ਖਾਰ ਲੱਗਿਆ, ਕਿਉਂਕਿ ਸਾਬਣ ਕੀ ਹੈ, ਇੱਕ ਖਾਰ ਹੈ, ਤਾਂ ਉਸ ਦਾ ਰੰਗ ਕੀ ਹੋ ਗਿਆ, ਲਾਲ ਭੂਰਾ। ਕਿਉਂਕਿ ਹਲਦੀ ਜੋ ਹੈ ਉਹ ਹਲਦੀ ਸੂਚਕ ਖਾਰ ਦੇ ਰੰਗ ਨੂੰ ਲਾਲ ਭੂਰਾ ਕਰ ਦਿੰਦਾ ਹੈ। ਇਸ ਲਈ ਇਸ ਦਾ ਸਹੀ ਜਵਾਬ ਕੀ ਹੈ? ਸਾਬਣ ਵਿੱਚ ਕੀ ਹੁੰਦਾ ਹੈ? ਸਾਬਣ ਵਿੱਚ ਖਾਰ ਹੁੰਦਾ ਹੈ। ਸਾਬਣ ਵਿੱਚ ਕੀ ਹੁੰਦਾ ਹੈ? ਖਾਰ ਹੁੰਦਾ ਹੈ। ਤਾਂ ਵਿਦਿਆਰਥੀਓ ਯਾਦ ਰੱਖਣਾ ਹੈ। ਚਲੋ ਅਸੀਂ ਦੂਸਰਾ ਪ੍ਰਸ਼ਨ ਦੇਖਦੇ ਹਾਂ। ਪ੍ਰਸ਼ਨ ਨੰਬਰ 2, ਜਮਾਤ ਵਿੱਚ ਅਧਿਆਪਕ ਨੇ ਦੱਸਿਆ ਕਿ ਰੰਗ ਬਦਲਣ ਵਾਲੇ ਸੂਚਕਾਂ ਤੋਂ ਇਲਾਵਾ ਤੇਜ਼ਾਬ, ਖਾਰ ਜਾਂ ਕਿਸੇ ਵਿਅਕਤੀ ਦੀ ਗੰਧ ਨੂੰ ਬਦਲ ਕੇ ਸੂਚਨਾ ਦੇਣ ਵਾਲੇ ਸੂਚਕ ਵੀ ਹੁੰਦੇ ਹਨ। ਉਹਨਾਂ ਨੂੰ ਕੀ ਕਹਿੰਦੇ ਹਨ? ਵਿਦਿਆਰਥੀਓ, ਸਾਨੂੰ ਪਤਾ ਹੀ ਹੈ ਕਿ ਕੁਝ ਸੂਚਕ ਜਿਵੇਂ ਲਿਟਮਸ, ਮਿਥਾਈਲ ਔਰੇਂਜ, ਫਿਨੋਲਫਥਲੀਨ, ਹਲਦੀ, ਇਹਨਾਂ ਵਿੱਚ ਜਦੋਂ ਤੇਜ਼ਾਬ ਜਾਂ ਖਾਰ ਮਿਲਾਏ ਜਾਂਦੇ ਹਨ ਤਾਂ ਇਹਨਾਂ ਦਾ ਰੰਗ ਜਿਹੜਾ ਹੈ, ਉਹਨਾਂ ਦੇ ਰੰਗ ਵਿੱਚ ਤਬਦੀਲੀ ਹੁੰਦੀ। ਇਸ ਲਈ ਇਹਨਾਂ ਨੂੰ ਰੰਗ ਬਦਲਣ ਵਾਲੇ ਸੂਚਕ ਕਹਿੰਦੇ ਹਨ। ਪਰ ਇਹਨਾਂ ਤੋਂ ਇਲਾਵਾ ਕੁਝ ਅਜਿਹੇ ਸੂਚਕ ਵੀ ਹੁੰਦੇ ਹਨ ਜਿਹੜੇ ਕਿ ਜਿਨ੍ਹਾਂ ਵਿੱਚ ਜਦੋਂ ਤੇਜ਼ਾਬ ਜਾਂ ਖਾਰ ਮਿਲਾਇਆ ਜਾਂਦਾ ਹੈ ਤਾਂ ਇਹਨਾਂ ਦੀ ਗੰਧ ਦੇ ਵਿੱਚ, ਸਮੈਲ ਦੇ ਵਿੱਚ ਬਦਲਾਅ ਹੁੰਦਾ ਹੈ, ਜਾਂ ਇਹਨਾਂ ਦੀ ਗੰਧ ਜਿਹੜੀ ਹੈ ਉਹ ਚਲੀ ਜਾਂਦੀ ਹੈ। ਇਹਨਾਂ ਨੂੰ ਕੀ ਕਿਹਾ ਜਾਂਦਾ ਹੈ? ਪ੍ਰਸ਼ਨ ਇਹ ਹੈ, ਔਲਫੈਕਟਰੀ ਸੂਚਕ ਜਾਂ ਔਲਫੈਕਟਰੀ ਇੰਡੀਕੇਟਰਸ। ਤਾਂ ਪ੍ਰਸ਼ਨ ਨੰਬਰ 2 ਦਾ ਉੱਤਰ ਆ ਜਾਏਗਾ ਈਡੀ, ਔਲਫੈਕਟਰੀ ਸੂਚਕ। ਤੀਸਰਾ ਪ੍ਰਸ਼ਨ ਹੈ, ਦਾਣੇਦਾਰ ਜਿਸ ਦੇ ਟੁਕੜਿਆਂ ਨੂੰ ਜਦ ਸਲਫਿਊਰਿਕ ਐਸਿਡ ਵਿੱਚ ਪਾਇਆ ਜਾਂਦਾ ਹੈ ਤਾਂ ਫਟ-ਫਟ ਦੀ ਆਵਾਜ਼ ਨਾਲ ਇੱਕ ਗੈਸ ਪੈਦਾ ਹੁੰਦੀ ਹੈ। ਉਸ ਗੈਸ ਦਾ ਨਾਂ ਕਿਹੜਾ ਹੈ? ਹਾਲਾਂਕਿ ਇਹ ਕਿਰਿਆ ਅਸੀਂ ਪਹਿਲੇ ਪਾਠ ਵਿੱਚ ਵੀ ਕਰ ਚੁੱਕੇ ਹਾਂ, ਇਹ ਦੂਸਰੇ ਪਾਠ ਵਿੱਚ ਵੀ ਇਹ ਕਿਰਿਆ ਆਉਂਦੀ ਹੈ। ਤਾਂ ਬੜੀ ਆਸਾਨ ਕਿਰਿਆ ਹੈ। ਮੈਂ ਇਸ ਦੇ ਨਾਲ ਸੰਬੰਧਿਤ ਸਮੀਕਰਨ ਵੀ ਲਿਖਾਂਗਾ। ਤਾਂ ਇਸ ਨਾਲ ਸੰਬੰਧੀ ਜੋ ਸਮੀਕਰਨ ਹੈ, ਜਦੋਂ ਅਸੀਂ ਜ਼ਿੰਕ ਨੂੰ, ਤਾਂ ਅਸੀਂ ਜਦੋਂ ਜ਼ਿੰਕ ਦੀ ਕਿਰਿਆ ਕਿਹਦੇ ਨਾਲ ਕਰਦੇ ਹਾਂ? ਅਸੀਂ ਸਲਫਿਊਰਿਕ ਐਸਿਡ ਨਾਲ। ਸਲਫਿਊਰਿਕ ਐਸਿਡ ਦਾ ਫਾਰਮੂਲਾ ਹੁੰਦਾ ਬੇਟਾ ਜੀ H2SO4। ਤਾਂ ਜਦੋਂ ਅਸੀਂ ਇਸ ਨੂੰ ਮਿਲਾਉਂਦੇ ਹਾਂ ਤਾਂ ਕੀ ਹੁੰਦਾ ਹੈ? ਜਿਹੜਾ ਜ਼ਿੰਕ ਹੈ ਉਹ ਜ਼ਿਆਦਾ, ਜ਼ਿੰਕ ਜੋ ਹੈ ਉਹ ਜ਼ਿਆਦਾ ਕਿਰਿਆਸ਼ੀਲ ਹੋਣ ਕਾਰਨ ਸਲਫਿਊਰਿਕ ਐਸਿਡ ਵਿੱਚੋਂ, ਤੇਜ਼ਾਬ ਵਿੱਚੋਂ ਹਾਈਡਰੋਜਨ ਗੈਸ ਨੂੰ ਬਾਹਰ ਕੱਢ ਦਿੰਦਾ ਹੈ। ਤਾਂ ਕੀ ਬਣਦਾ ਹੈ? ਜ਼ਿੰਕ ਸਲਫੇਟ ਪਲਸ ਹਾਈਡਰੋਜਨ। ਇਹ ਹਾਈਡਰੋਜਨ ਕੀ ਹੈ? ਇੱਕ ਗੈਸ ਹੈ। ਤਾਂ ਉਹਨੇ ਇਹੀ ਪ੍ਰਸ਼ਨ ਪੁੱਛਿਆ ਸੀ, ਜਦੋਂ ਜ਼ਿੰਕ ਨੂੰ ਸਲਫਿਊਰਿਕ ਐਸਿਡ ਨਾਲ ਮਿਲਾਇਆ ਜਾਂਦਾ ਹੈ ਤਾਂ ਕਿਹੜੀ ਗੈਸ ਪੈਦਾ ਹੁੰਦੀ ਹੈ? ਤਾਂ ਵਿਦਿਆਰਥੀਓ, ਅਸੀਂ ਬੜੇ ਧਿਆਨ ਨਾਲ ਦੇਖ ਰਹੇ ਹਾਂ। ਤਾਂ ਕਿਹੜੀ ਗੈਸ ਪੈਦਾ ਹੋ ਰਹੀ ਹੈ? ਹਾਈਡਰੋਜਨ ਗੈਸ ਪੈਦਾ ਹੋ ਰਹੀ ਹੈ। ਤਾਂ ਇਸ ਦਾ ਜਵਾਬ ਕੀ ਆਏਗਾ ਬੇਟਾ ਜੀ? ਜਦੋਂ ਜ਼ਿਸਤ ਨੂੰ ਸਲਫਿਊਰਿਕ ਐਸਿਡ ਦੇ ਵਿੱਚ ਪਾਇਆ ਜਾਂਦਾ ਹੈ ਤਾਂ ਜਿਹੜੀ ਗੈਸ ਪੈਦਾ ਹੁੰਦੀ ਹੈ ਉਹ ਕਿਹੜੀ ਪੈਦਾ ਹੁੰਦੀ ਹੈ? ਹਾਈਡਰੋਜਨ ਗੈਸ। ਤੇ ਕਿਹੜੀ ਆਵਾਜ਼ ਨਾਲ ਪੈਦਾ ਹੁੰਦੀ ਹੈ? ਫਟ-ਫਟ ਦੀ ਆਵਾਜ਼, ਜਾਂ ਅਸੀਂ ਪੌਪ ਸਾਊਂਡ ਵੀ ਕਹਿ ਸਕਦੇ ਹਾਂ। 4 ਨੰਬਰ ਪ੍ਰਸ਼ਨ ਹੈ, ਰਣਵੀਰ ਨੂੰ ਅੱਜ ਪਤਾ ਲੱਗਿਆ ਕਿ ਜਦੋਂ ਫਲ ਖੱਟੇ ਹੁੰਦੇ ਹਨ ਤਾਂ ਉਹਨਾਂ ਵਿੱਚ ਤੇਜ਼ਾਬ ਹੁੰਦਾ ਹੈ। ਅਧਿਆਪਕ ਤੇ ਪੁੱਛਣ ਤੇ ਕਿ ਦੱਸੋ ਅੰਬ, ਸੰਤਰੇ ਅਤੇ ਨਿੰਬੂ ਵਿੱਚ ਕਿਹੜਾ ਤੇਜ਼ਾਬ ਹੁੰਦਾ ਹੈ? ਰਣਵੀਰ ਵੱਲੋਂ ਦਿੱਤਾ ਗਿਆ ਸਹੀ ਉੱਤਰ ਕਿਹੜਾ ਹੋਵੇਗਾ? ਹਾਂ ਵਿਦਿਆਰਥੀਓ, ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਵੀ ਖੱਟੇ ਫਲ ਜਿਵੇਂ ਅੰਬ, ਸੰਤਰਾ, ਨਿੰਬੂ ਵਿੱਚ ਕੀ ਹੁੰਦਾ ਹੈ? ਕਿਹੜਾ ਤੇਜ਼ਾਬ ਹੁੰਦਾ ਹੈ? ਸਿਟਰਿਕ ਤੇਜ਼ਾਬ ਬੇਟਾ ਜੀ। ਤਾਂ ਇਹਦਾ ਆਨਸਰ ਕੀ ਆਏਗਾ? ਸਿਟਰਿਕ ਤੇਜ਼ਾਬ। ਤਾਂ ਇਸ ਤੋਂ ਇਲਾਵਾ ਐਸਟਿਕ ਐਸਿਡ ਜੋ ਜੋ ਆਪਣੇ ਕੋਲ ਪਹਿਲਾ ਆਪਸ਼ਨ ਹੈ, ਐਸਟਿਕ ਐਸਿਡ, ਇਹ ਕਿਹਦੇ ਵਿੱਚ ਹੁੰਦਾ ਹੈ ਬੇਟਾ ਜੀ? ਇਹ ਐਸਟਿਕ ਐਸਿਡ ਜੋ ਹੈ ਇਹ ਸਿਰਕੇ ਵਿੱਚ ਹੁੰਦਾ ਹੈ। ਤਾਂ ਯਾਦ ਰੱਖਣਾ ਹੈ ਅਸੀਂ, ਐਸਟਿਕ ਐਸਿਡ ਕਿਹਦੇ ਵਿੱਚ ਹੁੰਦਾ ਹੈ? ਸਿਰਕੇ ਵਿੱਚ। ਯਾਦ ਰੱਖਣਾ ਹੈ।
ਲੈਕਟਿਕ ਐਸਿਡ ਸਾਡੇ ਕੋਲ ਆ ਗਿਆ ਖੱਟਾ ਦੁੱਧ ਜਿਵੇਂ ਦਹੀਂ ਆਦि ਦੇ ਵਿੱਚ ਲੈਕਟਿਕ ਐਸਿਡ ਹੁੰਦਾ ਹੈ। ਤੇ ਆਕਜ਼ੈਲਿਕ ਐਸਿਡ ਸਾਡੇ ਕੋਲ ਕਿਹਦੇ ਵਿੱਚ ਹੁੰਦਾ ਹੈ ਬੇਟਾ ਜੀ? ਟਮਾਟਰ ਦੇ ਵਿੱਚ ਆਕਜ਼ੈਲਿਕ ਐਸਿਡ ਹੁੰਦਾ ਹੈ, ਯਾਦ ਰੱਖਾਂਗੇ। ਤਾਂ ਸਾਡੇ ਤੋਂ ਜਿਹੜਾ ਸਾਡਾ ਪ੍ਰਸ਼ਨ ਸੀਗਾ ਉਹ ਜੋ ਉਹਨਾਂ ਨੇ ਪੁੱਛਿਆ ਸੀ ਉਹਦੇ ਵਿੱਚ ਉਹਨਾਂ ਨੇ ਪੁੱਛਿਆ ਸੀਗਾ ਵੀ ਖੱਟੇ ਫਲ ਜਿਵੇਂ ਅੰਬ, ਸੰਤਰਾ, ਨਿੰਬੂ, ਇਸ ਵਿੱਚ ਕਿਹੜਾ ਤੇਜ਼ਾਬ ਹੁੰਦਾ ਹੈ? ਤਾਂ ਅਸੀਂ ਯਾਦ ਰੱਖਾਂਗੇ ਕਿਹੜਾ ਤੇਜ਼ਾਬ ਹੁੰਦਾ ਹੈ ਬੇਟਾ? ਸਿਟਰਿਕ ਐਸਿਡ। ਉਮੀਦ ਹੈ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਤਾਂ ਉਹ ਅਸੀਂ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਪ੍ਰਸ਼ਨ ਨੰਬਰ 5। ਸੋਨੂ ਨੇ ਦੇਖਿਆ ਕਿ ਜਦ ਕੁਝ ਸੂਚਕਾਂ ਨੂੰ ਤੇਜ਼ਾਬੀ ਮਾਧਿਅਮ ਵਿੱਚ ਪਾਇਆ ਜਾਂਦਾ ਹੈ ਤਾਂ ਉਹਨਾਂ ਦਾ ਰੰਗ ਬਦਲ ਕੇ ਲਾਲ ਹੋ ਜਾਂਦਾ ਹੈ। ਹੇਠ ਲਿਖਿਆਂ ਵਿੱਚੋਂ ਕਿਹੜੇ ਦੋ ਸੂਚਕ ਹਨ ਜਿਨ੍ਹਾਂ ਦਾ ਰੰਗ ਬਦਲ ਕੇ ਲਾਲ ਹੋ ਗਿਆ ਹੈ? ਹਾਂ ਵਿਦਿਆਰਥੀਓ, ਉਹ ਸੂਚਕ ਜਿਹੜੇ ਤੇਜ਼ਾਬ ਦੇ ਵਿੱਚ ਲਾਲ ਰੰਗ ਦੇਣ। ਹੁਣ ਅਸੀਂ ਉਹਨਾਂ ਦੀ ਪਹਿਚਾਣ ਕਰਨੀ ਹੈ। ਸੂਚਕ ਜਿਹੜੇ ਤੇਜ਼ਾਬ ਦੇ ਵਿੱਚ, ਖਾਰ ਦੇ ਵਿੱਚ ਨਹੀਂ, ਤੇਜ਼ਾਬ ਦੇ ਵਿੱਚ ਲਾਲ ਰੰਗ ਦੇਣ। ਤਾਂ ਇਹਦਾ ਜਿਹੜਾ ਉੱਤਰ ਸਾਡੇ ਕੋਲ ਬੜਾ ਹੀ ਆਸਾਨ ਹੈ। ਤਾਂ ਇਹਦਾ ਉੱਤਰ ਕਿਹੜਾ ਹੈ ਸਾਡੇ ਕੋਲ? ਈਡੀ। ਲਿਟਮਸ ਵੀ ਹੈ, ਤੇਜ਼ਾਬ ਦਾ ਰੰਗ, ਤੇਜ਼ਾਬਾਂ ਦੇ ਵਿੱਚ ਕਿਹੜਾ ਰੰਗ ਦਿੰਦੇ ਹਨ? ਲਾਲ। ਤੇ ਮਿਥਾਇਲ ਔਰੇਂਜ ਜੋ ਸੂਚਕ ਹੈ ਉਹ ਵੀ ਤੇਜ਼ਾਬਾਂ ਦੇ ਵਿੱਚ ਕਿਹੜਾ ਰੰਗ ਦਿੰਦੇ ਹਨ? ਲਾਲ। ਜੇ ਅਸੀਂ ਊੜੇ ਆਪਸ਼ਨ ਦੀ ਗੱਲ ਕਰੀਏ, ਫਿਨੋਲ ਫਥਲੀਨ ਤੇਜ਼ਾਬਾਂ ਦੇ ਵਿੱਚ ਰੰਗਹੀਨ, ਕੋਈ ਰੰਗ ਨਹੀਂ ਦਿੰਦੇ। ਲਿਟਮਸ ਰੰਗ ਨੂੰ ਲਾਲ ਕਰ ਦਿੰਦਾ ਹੈ, ਪਰ ਕਿਉਂਕਿ ਸਾਨੂੰ ਦੋ ਸੂਚਕ ਪੁੱਛੇ ਹਨ ਇਸ ਕਰਕੇ ਊੜਾ ਆਪਸ਼ਨ ਨਹੀਂ ਆਵੇਗਾ। ਆੜਾ ਆਪਸ਼ਨ, ਲਿਟਮਸ ਤੇਜ਼ਾਬਾਂ ਦਾ ਰੰਗ ਲਾਲ ਕਰ ਦਿੰਦੇ ਹਨ, ਠੀਕ, ਪਰ ਹਲਦੀ ਤੇਜ਼ਾਬਾਂ ਦਾ ਰੰਗ ਲਾਲ ਨਹੀਂ ਕਰਦੀ, ਹਲਦੀ ਖਾਰਾਂ ਦਾ ਰੰਗ ਲਾਲ ਕਰਦੀ ਹੈ, ਲਾਲ ਪੂਰਾ ਕਰਦੀ ਹੈ। ਤਾਂ ਦੂਸਰਾ ਆਪਸ਼ਨ ਵੀ ਸਾਡੇ ਕੋਲ, ਆੜਾ ਆਪਸ਼ਨ ਵੀ ਗਲਤ ਹੋ ਗਿਆ, ਕਿਉਂਕਿ ਸਾਨੂੰ ਉੱਪਰ ਦਿੱਤਾ ਗਿਆ ਵੀ ਦੋ ਸੂਚਕਾਂ ਬਾਰੇ ਅਸੀਂ ਦੱਸਣਾ ਹੈ। ਸ ਆਪਸ਼ਨ ਜੋ ਹੈ ਉਹ ਤਾਂ ਗਲਤ ਹੀ ਹੈ, ਕਿਉਂਕਿ ਉੱਪਰ ਸਾਨੂੰ ਕੁਐਸਚਨ ਦੇ ਵਿੱਚ ਦੋ ਸੂਚਕ ਅਸੀਂ ਦੱਸਣੇ ਹਨ, ਸ ਦੇ ਵਿੱਚ ਸਿਰਫ ਸਾਨੂੰ ਇੱਕ ਸੂਚਕ ਬਾਰੇ ਕਿਹਾ ਗਿਆ ਹੈ। ਤਾਂ ਸਾਡਾ ਜਿਹੜਾ ਇਸ ਦਾ ਸਹੀ ਜਵਾਬ ਜੋ ਹੈ ਉਹ ਸਾਡੇ ਕੋਲ ਆ ਜਾਂਦਾ ਹੈ ਜੀ ਈਡੀ, ਲਿਟਮਸ ਅਤੇ ਮਿਥਾਇਲ ਔਰੇਂਜ। ਆਓ 6 ਨੰਬਰ ਪ੍ਰਸ਼ਨ ਦੇਖਦੇ ਹਾਂ। ਹੇਠ ਲਿਖੀ ਰਸਾਇਣਿਕ ਕਿਰਿਆ ਵਿੱਚ ਕਿਹੜੇ ਉਤਪਾਦ ਬਣਨਗੇ? ਤਾਂ ਉਹ ਵਿਦਿਆਰਥੀਓ ਇਸ ਰਸਾਇਣਿਕ ਸਮੀਕਰਨ ਨੂੰ ਅਸੀਂ ਧਿਆਨ ਨਾਲ ਦੇਖਦੇ ਹਾਂ। ਇਸ ਨੂੰ ਸਾਡੇ ਕੋਲ ਹੈ ਕੈਲਸ਼ੀਅਮ ਕਾਰਬੋਨੇਟ ਪਲਸ HCl। ਤਾਂ ਕੀ ਹੋਏਗਾ? ਕੈਲਸ਼ੀਅਮ ਇੱਥੇ ਚਲਾ ਜਾਏਗਾ, ਹਾਈਡਰੋਜਨ ਇੱਥੇ ਚਲਾ ਜਾਏਗਾ, ਸਾਡੇ ਕੋਲ ਬਣੇਗਾ ਕੈਲਸ਼ੀਅਮ ਕਲੋਰਾਈਡ ਪਲਸ H2CO3 ਕਾਰਬੋਨਿਕ ਐਸਿਡ। H2CO3 ਇੱਕ ਬਹੁਤ ਹੀ ਕਮਜ਼ੋਰ ਤੇਜ਼ਾਬ ਹੈ, ਟੁੱਟ ਜਾਏਗਾ H2O ਪਾਣੀ ਅਤੇ CO2 ਕਾਰਬਨ ਡਾਈਆਕਸਾਈਡ ਦੇ ਵਿੱਚ। ਤਾਂ ਸਾਡੇ ਕੋਲ ਕਿਹੜੇ ਪ੍ਰੋਡਕਟ ਬਣਨਗੇ, ਕਿਹੜੇ ਉਤਪਾਦ ਬਣਨਗੇ ਜਦੋਂ ਕੈਲਸ਼ੀਅਮ ਕਾਰਬੋਨੇਟ ਤੇ HCl ਕੰਬਾਈਨ ਕਰਦੇ ਆ? ਇੱਕ ਤਾਂ ਕੈਲਸ਼ੀਅਮ ਕਲੋਰਾਈਡ CaCl2, ਇੱਕ ਪਾਣੀ, ਇੱਕ ਕਾਰਬਨ ਡਾਈਆਕਸਾਈਡ। ਬਿਕੋਜ਼ ਜੋ ਕਾਰਬਨ H2CO3 ਸੀ, ਜੋ ਸਾਡੇ ਕੋਲ ਕਾਰਬੋਨਿਕ ਐਸਿਡ ਸੀ, ਉਹ ਅੱਗੇ ਬ੍ਰੇਕ ਕਰ ਗਿਆ ਵਾਟਰ ਅਤੇ ਕਾਰਬਨ ਡਾਈਆਕਸਾਈਡ ਦੇ ਵਿੱਚ। ਤਾਂ ਸਾਡੇ ਕੋਲ ਤਿੰਨ ਪ੍ਰੋਡਕਟ ਬਣਦੇ ਆ ਜੀ, CaCl2, H2O ਪਾਣੀ, CO2 ਕਾਰਬਨ ਡਾਈਆਕਸਾਈਡ। ਤਾਂ ਅਸੀਂ ਦੇਖਦੇ ਹਾਂ ਸਾਡਾ ਆਨਸਰ ਕਿਹੜਾ ਆ ਜਾਏਗਾ। ਹੁਣ ਅਸੀਂ ਪ੍ਰਸ਼ਨ ਦੇ ਵਿੱਚ ਦੇਖਾਂਗੇ ਤਾਂ ਸਾਡੇ ਕੋਲ ਸਾਡਾ ਜੋ ਉੱਤਰ ਹੈ ਉਹ ਆ ਗਿਆ ਹੈ ਕੈਲਸ਼ੀਅਮ ਕਲੋਰਾਈਡ, ਕਾਰਬਨ ਡਾਈਆਕਸਾਈਡ ਪਲਸ ਪਾਣੀ। ਤਾਂ ਸਾਡਾ ਜੋ ਜਵਾਬ ਹੈ ਉਹ ਹੈ ਸ, ਕੈਲਸ਼ੀਅਮ ਕਲੋਰਾਈਡ, ਕਾਰਬਨ ਡਾਈਆਕਸਾਈਡ ਪਲਸ ਪਾਣੀ। ਉਮੀਦ ਹੈ ਤੁਹਾਨੂੰ ਇਹ ਕਿਰਿਆ ਬੜੀ ਹੀ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ। ਆਓ 7ਵੇਂ ਪ੍ਰਸ਼ਨ ਤੇ ਚੱਲਦੇ ਹਾਂ। 7ਵਾਂ ਪ੍ਰਸ਼ਨ ਹੈ, ਜੇਕਰ ਤੁਹਾਡੀ ਬਾਂਹ ਉੱਤੇ ਕੀੜੀ ਲੜ ਜਾਵੇ ਤਾਂ ਉਸ ਦੁਆਰਾ ਚਮੜੀ ਵਿੱਚ ਛੱਡੇ ਰਸਾਇਣ ਨੂੰ ਹੇਠ ਲਿਖਿਆਂ ਵਿੱਚੋਂ ਕਿਸ ਦੀ ਸਹਾਇਤਾ ਨਾਲ ਉਦਾਸੀਨ ਕਰੋਗੇ? ਪਹਿਲੀ ਗੱਲ ਤਾਂ ਇਹ ਯਾਦ ਰੱਖਣੀ ਹੈ, ਜਦੋਂ ਹੀ ਸਾਡੇ ਕੀੜੀ ਲੜਦੀ ਹੈ ਤਾਂ ਸਾਡੀ ਚਮੜੀ ਦੇ ਵਿੱਚ ਜੋ ਉਹ ਰਸਾਇਣ ਛੱਡਦੀ ਹੈ ਉਹ ਹੁੰਦਾ ਹੈ ਫਾਰਮਿਕ ਐਸਿਡ। ਫਾਰਮਿਕ ਐਸਿਡ ਹੁੰਦਾ ਹੈ। ਅਸੀਂ ਉਸ ਦਾ ਫਾਰਮੂਲਾ ਵੀ ਯਾਦ ਰੱਖਣਾ ਹੈ। ਫਾਰਮਿਕ ਐਸਿਡ ਤਾਂ ਅਸੀਂ ਲਿਖ ਲਈਏ, ਹਾਲਾਂਕਿ ਉੱਤਰ ਦੇ ਵਿੱਚ ਇਹ ਦਿੱਤਾ ਗਿਆ ਹੈ ਇੱਕ ਫਾਰਮਿਕ ਐਸਿਡ, ਪਰ ਉਹਨੇ ਪ੍ਰਸ਼ਨ ਨੇ ਪੁੱਛਿਆ ਹੈ ਕਿ ਜਦੋਂ ਸਾਡੇ ਕੀੜੀ ਲੜ ਜਾਂਦੀ ਹੈ ਤਾਂ ਉਸ ਦੁਆਰਾ ਛੱਡੇ ਗਏ ਰਸਾਇਣ ਨੂੰ ਹੇਠ ਲਿਖਿਆਂ ਵਿੱਚੋਂ ਕਿਸ ਦੀ ਸਹਾਇਤਾ ਨਾਲ ਉਦਾਸੀਨ ਕਰੋਗੇ? ਅਸੀਂ ਉਹ ਰਸਾਇਣ ਦਾ ਨਾਮ ਦੱਸਣਾ ਹੈ ਜੋ ਇਸ ਕੀੜੀ ਦੇ ਡੰਗ ਨਾਲ ਆਏ ਫਾਰਮਿਕ ਐਸਿਡ ਨੂੰ ਖਤਮ ਕਰੇਗਾ, ਉਸ ਨੂੰ ਖਤਮ ਕਰੇਗਾ, ਉਸ ਨੂੰ ਉਦਾਸੀਨ ਕਰੇਗਾ। ਤਾਂ ਸਾਡੇ ਕੋਲ ਜਿਹੜਾ ਉੱਤਰ ਸਾਡਾ ਹੈ ਉਹ ਹੈ ਬੇਕਿੰਗ ਸੋਡਾ, ਕਿਉਂਕਿ ਕੋਈ ਖਾਰ ਹੀ ਜਿਹੜਾ ਹੈ ਉਹ ਫਾਰਮਿਕ ਐਸਿਡ ਨੂੰ, ਤੇਜ਼ਾਬ ਨੂੰ ਕੀ ਹੈ, ਖਤਮ ਕਰ ਸਕਦਾ ਹੈ। ਤਾਂ ਸਾਡੇ ਕੋਲ ਸਾਡਾ ਜਵਾਬ ਆਏਗਾ ਬੇਕਿੰਗ ਸੋਡਾ ਜਿਹੜਾ ਹੈ ਅਸੀਂ ਮਤਲਬ ਕਿ ਉੱਤਰ ਹੈ ਸਾਡਾ। ਹਾਲਾਂਕਿ ਕਾਸਟਿਕ ਸੋਡਾ ਵੀ ਜੋ ਹੈ ਉਹ ਇੱਕ ਖਾਰ ਹੈ,
ਪਰ ਕਾਸਟਿਕ ਸੋਡਾ ਨੂੰ ਅਸੀਂ ਚਮੜੀ ਦੇ ਉੱਤੇ ਨਹੀਂ ਵਰਤ ਸਕਦੇ ਕਿਉਂਕਿ ਸਾਡੀ ਚਮੜੀ ਦੇ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ। ਇਸ ਲਈ ਅਸੀਂ ਕਹਾਂਗੇ ਵੀ ਇਸ ਪ੍ਰਸ਼ਨ ਦਾ ਜੋ ਉੱਤਰ ਹੈ ਉਹ ਹੈ ਬੇਕਿੰਗ ਸੋਡਾ NaHCO3। ਇੱਕ ਬੇਟਾ ਅਸੀਂ ਹੋਰ ਯਾਦ ਰੱਖਾਂਗੇ ਵੀ ਜਿਹੜਾ ਫਾਰਮਿਕ ਐਸਿਡ ਹੈ ਉਹਦਾ ਫਾਰਮੂਲਾ ਅਸੀਂ CH2O2 ਵੀ ਲਿਖ ਸਕਦੇ ਹਾਂ, ਨਾਲ ਅਸੀਂ ਇਸ ਤਰ੍ਹਾਂ ਯਾਦ ਰੱਖਾਂਗੇ HCOOH। ਇਸ ਤਰ੍ਹਾਂ ਅਸੀਂ ਫਾਰਮਿਕ ਐਸਿਡ ਨੂੰ ਲਿਖਣਾ ਹੈ HCOOH ਫਾਰਮਿਕ ਐਸਿਡ। ਹੁਣ ਮੈਂ ਦੋ ਪ੍ਰਸ਼ਨ ਇਸ ਪ੍ਰਸ਼ਨ ਦੇ ਵਿੱਚ ਸਾਨੂੰ ਦੋ ਪ੍ਰਸ਼ਨ ਯਾਦ ਹੋ ਜਾਣੇ ਚਾਹੀਦੇ ਨੇ। ਜੇਕਰ ਸਾਡੀ ਬਾਂਹ ਤੇ ਕੀੜੀ ਲੜਦੀ ਹੈ ਤਾਂ ਸਭ ਤੋਂ ਪਹਿਲਾਂ ਜਿਹੜਾ ਰਸਾਇਣ ਸਾਡੀ ਚਮੜੀ ਦੇ ਵਿੱਚ ਜਾਂਦਾ ਹੈ, ਕੀੜੀ ਦੇ ਡੰਗ ਵਿੱਚੋਂ ਜੋ ਆਉਂਦਾ ਹੈ ਉਹ ਹੁੰਦਾ ਹੈ ਫਾਰਮਿਕ ਐਸਿਡ, ਜਿਹਦੇ ਨਾਲ ਸਾਨੂੰ ਮਤਲਬ ਕਿ ਉੱਥੇ ਸਵੈਲਿੰਗ ਵੀ ਹੋ ਜਾਂਦੀ ਹੈ, ਰੈਡਿਸ਼ਨੈਸ ਹੋ ਜਾਂਦੀ ਹੈ। ਤਾਂ ਉਹਨੂੰ ਖਤਮ ਕਰਨ ਦੇ ਲਈ ਜਿਹੜਾ ਰਸਾਇਣ ਵਰਤਿਆ ਜਾ ਸਕਦਾ ਹੈ ਉਹ ਕੀ ਹੁੰਦਾ ਹੈ ਬੇਕਿੰਗ ਸੋਡਾ। ਬੇਕਿੰਗ ਸੋਡਾ ਜਿਹੜਾ ਕਿ ਉਹ ਐਸਿਡ ਦੇ ਪ੍ਰਭਾਵ ਨੂੰ, ਤੇਜ਼ਾਬ ਦੇ ਪ੍ਰਭਾਵ ਨੂੰ ਕੀ ਕਰ ਦੇਵੇਗਾ, ਖਤਮ ਕਰ ਦੇਵੇਗਾ। ਉਮੀਦ ਹੈ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਆਓ 8ਵੇਂ ਪ੍ਰਸ਼ਨ ਤੇ ਚੱਲਦੇ ਹਾਂ। 8ਵਾਂ ਪ੍ਰਸ਼ਨ ਹੈ ਜਦੋਂ ਬਹੁਤ ਥੋੜੀ ਮਾਤਰਾ ਵਿੱਚ ਤੇਜ਼ਾਬ ਨੂੰ ਪਾਣੀ ਵਿੱਚ ਮਿਲਾਇਆ ਜਾਂਦਾ ਹੈ ਤਾਂ ਹੇਠ ਲਿਖਿਆਂ ਵਿੱਚੋਂ ਕੀ ਵਾਪਰਦਾ ਹੈ। ਹਾਂਜੀ, ਜਦੋਂ ਅਸੀਂ ਤੇਜ਼ਾਬ ਵਿੱਚ ਥੋੜਾ ਜਿਹਾ ਪਾਣੀ ਮਿਲਾਉਂਦੇ ਹਾਂ ਤਾਂ ਸਾਡੇ ਕੋਲ ਇੱਕ ਤਾਂ ਜੋ ਤੇਜ਼ਾਬ ਹੈ ਉਸ ਦੇ ਵਿੱਚ ਉਸਦੇ ਆਇਨ ਬਣਦੇ ਹਨ, ਆਇਨੀਕਰਨ ਹੁੰਦਾ ਹੈ। ਇੱਕ ਤੇਜ਼ਾਬ ਦੇ ਵਿੱਚ ਜਿਹੜਾ ਹੈ ਤੇਜ਼ਾਬ ਪਤਲਾ ਹੁੰਦਾ ਜਾਂਦਾ ਹੈ, ਤੇਜ਼ਾਬ ਦੇ ਵਿੱਚ ਜੋ ਹਾਈਡਰੋਜਨ ਆਇਨਾਂ ਦੀ ਸੰਘਣਤਾ ਹੈ ਉਹ ਘਟਦੀ ਜਾਂਦੀ ਹੈ ਤੇ ਤੇਜ਼ਾਬ ਪਤਲਾ ਹੁੰਦਾ ਜਾਂਦਾ ਹੈ। ਤਾਂ ਇਸ ਦੇ ਸਾਡੇ ਕੋਲ ਦੋ ਜਵਾਬ ਹਨ। ਇੱਕ ਤਾਂ ਸਾਡੇ ਕੋਲ ਹੈ ਆਇਨੀਕਰਨ, ਇੱਕ ਹੈ ਤੇਜ਼ਾਬ ਦਾ ਪਤਲਾ ਹੋਣਾ। ਤਾਂ ਸਾਡਾ ਜੋ ਆਨਸਰ ਆਏਗਾ ਉਹ ਸ। ਹਾਲਾਂਕਿ ਈਡੀ ਦੇ ਵਿੱਚ ਵੀ ਇਹੀ ਜਵਾਬ ਦੇ ਰੱਖਿਆ ਹੈ ਤਾਂ ਸਾਡੇ ਦੋਨੋਂ ਹੀ ਜਵਾਬ ਬਿਲਕੁਲ ਠੀਕ ਹਨ। ਇੱਥੇ ਗਲਤੀ ਦੇ ਵਿੱਚ ਦੋਨੋਂ ਇੱਕੋ ਤਰ੍ਹਾਂ ਦੇ ਆਪਸ਼ਨ ਦੇ ਦਿੱਤੇ ਗਏ। ਤਾਂ ਸਾਡਾ ਆਨਸਰ ਜੋ ਹੈ ਉਹ ਹੈ ਆਇਨੀਕਰਨ ਅਤੇ ਤੇਜ਼ਾਬ ਦਾ ਪਤਲਾ ਹੋਣਾ। ਪ੍ਰਸ਼ਨ ਨੰਬਰ 9, ਚੂਨੇ ਦੇ ਪਾਣੀ ਦਾ ਰਸਾਇਣਿਕ ਸੂਤਰ ਹੇਠ ਲਿਖਿਆਂ ਵਿੱਚੋਂ ਕਿਹੜਾ ਹੈ। ਤਾਂ ਵਿਦਿਆਰਥੀਓ ਤੁਸੀਂ ਯਾਦ ਰੱਖਣਾ ਹੈ ਕਿ ਚੂਨੇ ਦੇ ਪਾਣੀ ਦਾ ਰਸਾਇਣਿਕ ਸੂਤਰ CaOH2 ਹੁੰਦਾ ਹੈ। ਚੂਨੇ ਦੇ ਪਾਣੀ ਨੂੰ ਇੰਗਲਿਸ਼ ਵਿੱਚ ਲਾਈਮ ਵਾਟਰ ਵੀ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ ਬੇਟਾ। ਪ੍ਰਸ਼ਨ ਨੰਬਰ 10, ਦੀਪ ਨੇ ਅਧਿਆਪਕ ਤੋਂ ਪੁੱਛਿਆ ਕਿ ਹਾਈਡਰੋਜਨ ਕਲੋਰਾਈਡ ਗੈਸ ਨੂੰ ਲੈਬ ਵਿੱਚ ਤਿਆਰ ਕਰਦੇ ਸਮੇਂ ਗੈਸ ਨੂੰ ਇੱਕ ਰੱਖਿਅਕ ਪ੍ਰਣਾਲੀ ਜਿਸ ਵਿੱਚ ਕੈਲਸ਼ੀਅਮ ਕਲੋਰਾਈਡ ਹੁੰਦਾ ਹੈ ਵਿੱਚੋਂ ਲੰਘਾਇਆ ਜਾਂਦਾ ਹੈ। ਇਸ ਪ੍ਰਕਿਰਿਆ ਵਿੱਚ ਕੈਲਸ਼ੀਅਮ ਕਲੋਰਾਈਡ ਦਾ ਰੋਲ ਅਧਿਆਪਕ ਦੁਆਰਾ ਦੱਸੇ ਜਾਣ ਤੇ ਹੇਠ ਲਿਖਿਆਂ ਵਿੱਚੋਂ ਕਿਹੜਾ ਹੋਵੇਗਾ। ਹਾਂਜੀ ਵਿਦਿਆਰਥੀਓ, ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਕਿਰਿਆ ਵਿੱਚ ਜਿਹੜੀ ਕੈਲਸ਼ੀਅਮ ਕਲੋਰਾਈਡ ਦਾ ਅਸੀਂ ਯੂਜ਼ ਕੀਤਾ ਹੈ ਉਸ ਦਾ ਮੁੱਖ ਮੰਤਵ ਉਸ ਗੈਸ ਵਿੱਚੋਂ ਨਮੀ ਨੂੰ ਸੋਖ ਲੈਣਾ ਹੈ। ਤਾਂ ਅਸੀਂ ਕਹਿ ਸਕਦੇ ਹਾਂ ਇਸ ਦਾ ਉੱਤਰ ਹੈ ਈਡੀ। ਕੈਲਸ਼ੀਅਮ ਕਲੋਰਾਈਡ ਹਾਈਡਰੋਜਨ ਕਲੋਰਾਈਡ ਗੈਸ ਵਿੱਚੋਂ ਨਮੀ ਨੂੰ ਸੋਖ ਲਵੇਗਾ। ਤਾਂ ਮੈਨੂੰ ਉਮੀਦ ਹੈ ਤੁਹਾਨੂੰ ਇਹ 10 ਪ੍ਰਸ਼ਨ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਅਗਲੇ 10 ਪ੍ਰਸ਼ਨ ਅਸੀਂ ਨੈਕਸਟ ਵਾਲੀ ਵੀਡੀਓ ਵਿੱਚ ਸਮਝਾਂਗੇ। ਧੰਨਵਾਦ।